जी गुरु नानक पद पंकज बंदन पद पंकज बंदन सिमरो अंगद दुख निकंदन अमरदास गुर हृदय त्याव जी हृदय त्याव श्री गुरु रामदास गुण गावो गुर अर्जन विघ्न के नासक विघ्न के नासक हर गोबिंद शुभ सुमत प्रकाशक श्री हर राय नमो कार जोरी नमो कार जोरी श्री हर कृष्ण मनाए बहु तेग बहादुर परम कृपाला जी परम कृपाला श्री गुरु गोबिंद सिंह बेसाला तरो तरा पर पुन पुन सीसा जी पुन पुन सीसा बंदों बार बार जगदीशा एक ओंकारा सतगुरु तेह प्रसाद सच होए वाहिगुरु जी की फतेह है विघ्न विनाशन सोए वाहिगुरु जी की फतेह है विघ्न विनाशन सोए। सतनाम श्री वाहिगुरु साहिब जीओ सवैया छंद सुख की नींद न सोवन दोवें कर पुकार मैं पकर मंगाए सुत बिनता जत खेदत करके तुरकन ते तुझको मंगवाए। वाहिगुरु जी का खालसा वाहिगुरु जी की फतेह। जुग हो जुग अटल चबर छतर तख्त के मालिक साहिबे कमाल सतगुरु धन धन श्री गुरु ग्रंथ साहिब जी महाराज सतगुरां दी पावन पवित्र हर सरवण करन वास्ते गुरु चरणा पास आप जी सज बैठे हो। कल दे प्रकरणां विच आपने सरवण कीता सी दुनिया दे विच तेरे तो पहला भी बड़े बलवान होए ने दुर्योधन वर्गे होए उन्हां नूं बड़ा मान हंकार सी कि मैं पांडव कढ़ दिते उन्हां दा राज भाग मैं खो लिया ते मिलिया कि अखीर महाभारत दी जंग विचों मारिया गया। रावण नूं बड़ा हंकार सी कि मैं बड़ा बली हाँ अखीर वो भी मारिया गया। बाली नूं बड़ा हंकार सी अखीर बाली भी मारिया गया। महाराज कहंदे तूं की है इत्थे तां वड्डे वड्डे दुर्योधन वर्गे हंकारी नहीं रहे बाकी जो उस करते पुरख ने करना उही कुछ होना तेरे कीतियां कुछ नहीं होना जे परमेश्वर नूं इदां ही भावदा होया ते इसे तरह ही होवेगा। इस तरह गुरु अर्जन देव महाराज दे बचन सुन के प्रिथी चंद होर तड़फण लगा ते महाराज नूं बोल कबोल बोलदा उठ खलोता। आओ अगले प्रकरण सरवण करिए।
ਇਕਾਗਰ ਚਿਤ ਹੋਣ ਵਾਸਤੇ ਸਰਬੱਤ ਗੁਰਸਿੱਖ ਸੰਗਤਾਂ ਪ੍ਰੇਮ ਨਾਲ ਜਪਣਾ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਪ੍ਰਿਥੀਏ ਗਮਨਤ ਤਾਮ ਕੋ ਹਠ ਫਿਰ ਠਾਂਡੋ ਹੋਏ। ਪ੍ਰਿਥੀ ਚੰਦ ਗੁਰੂ ਅਰਜਨ ਦੇਵ ਮਹਾਰਾਜ ਨੂੰ ਬੋਲ ਕਬੋਲ ਬੋਲਦਾ ਹੋਇਆ ਉੱਠ ਕੇ ਆਪਣੇ ਘਰ ਨੂੰ ਤੁਰ ਪਿਆ ਤੇ ਤੁਰਦਾ ਜਾਂਦਾ ਇੱਕ ਵਾਰੀ ਫੇਰ ਖਲੋ ਗਿਆ ਤੇ ਆਪਣਾ ਮੂੰਹ ਪਿੱਛੇ ਨੂੰ ਮੋੜਿਆ ਹੈ। ਕਹਿਣ ਲੱਗਿਓ ਕਰ ਕ੍ਰੋਧ ਕੋ ਤਨ ਦੇ ਤੁਝ ਸਭ ਕੋਏ। ਆਖਣ ਲੱਗਾ ਕ੍ਰੋਧ ਵਿੱਚ ਆ ਕੇ ਕਿ ਹਰ ਕੋਈ ਆ ਕੇ ਤੁਹਾਡੀ ਪੂਜਾ ਕਰਦਾ ਤੇ ਤੁਹਾਨੂੰ ਧਨ ਮਾਇਆ ਭੇਟ ਕਰਦਾ ਹੈ। ਸਵਈਆ ਛੰਦ ਸੁਖ ਕੀ ਨੀਂਦ ਨ ਸੋਵਨ ਦੋਵੇਂ ਕਰ ਪੁਕਾਰ ਮੈਂ ਪਕਰ ਮੰਗਾਏ। ਅੱਜ ਤੋਂ ਬਾਅਦ ਮੈਂ ਤੁਹਾਨੂੰ ਕਦੇ ਸੁਖ ਦੀ ਨੀਂਦ ਨਹੀਂ ਸੌਣ ਦਿਆਂਗਾ। ਸਣੇ ਪਰਿਵਾਰ ਤੁਹਾਨੂੰ ਗ੍ਰਿਫਤਾਰ ਕਰਕੇ ਮੈਂ ਦਿੱਲੀ ਬਾਦਸ਼ਾਹ ਦੇ ਕੋਲ ਮੰਗਾ ਲਵਾਂਗਾ। ਸੁਤ ਬਿਨ ਤਾਜਤ ਖੇਦਤ ਕਰਕੇ ਤੁਰਕਨ ਤੇ ਤੁਝ ਕੋ ਮਰਵਾਏ। ਤੁਹਾਡਾ ਪੁੱਤਰ ਤੁਹਾਡੀ ਇਸਤਰੀ ਇਹਨਾਂ ਸਾਰੇ ਜਾਣਿਆਂ ਨੂੰ ਬਹੁਤਾ ਦੁੱਖ ਦੇ ਕੇ ਤੇ ਤੁਰਕਾਂ ਦੇ ਪਾਸੋਂ ਮੈਂ ਤੁਹਾਨੂੰ ਮਰਵਾ ਦਿਆਂਗਾ। ਮੂਛਨ ਨਿਜ ਕਰ ਕੋ ਵਰਤੇ ਤੋ ਮੈਂ ਪ੍ਰਿਥਿਆ ਨਾਮ ਕਹਾਏ। ਆਪਣੀਆਂ ਮੁੱਛਾਂ ਤੇ ਹੱਥ ਫੇਰਦਾ ਹੋਇਆ ਕਹਿੰਦਾ ਇਹ ਕੁਝ ਕਰਕੇ ਨਾ ਫਿਰ ਮੈਂ ਆਪਣਾ ਨਾਮ ਪ੍ਰਿਥੀ ਚੰਦ ਕਹਾਵਾਂਗਾ। ਤੁਹਾਨੂੰ ਉਦੋਂ ਹੀ ਪਤਾ ਲੱਗੇਗਾ ਵੀ ਮੇਰੀ ਤਾਕਤ ਮੇਰੀ ਸਮਰੱਥਾ ਕਿਤਨੀ ਕੁ ਹੈ ਜਦੋਂ ਸਣੇ ਪਰਿਵਾਰ ਮੈਂ ਤੁਹਾਨੂੰ ਮਰਵਾ ਦਿਆਂਗਾ। ਮਿਲਨ ਹੋਏ ਤਬ ਹੂੰ ਤੁਮਰੇ ਸੰਗ ਰਾਖੋ ਯਾਦ ਬਿਸਰ ਜਿਨ ਜਾਏ। ਹੁਣ ਤੁਹਾਡਾ ਮੇਲ ਉਦੋਂ ਹੀ ਮੇਰੇ ਨਾਲ ਹੋਵੇਗਾ ਜਦੋਂ ਤੁਸੀਂ ਗ੍ਰਿਫਤਾਰ ਹੋ ਕੇ ਦਿੱਲੀ ਜਾਵੋਗੇ ਤੇ ਮੇਰੀ ਗੱਲ ਨੂੰ ਭੁੱਲ ਨਾ ਜਾਇਆ ਜੇ। ਯਾਦ ਰੱਖਿਓ ਵੀ ਮੈਂ ਤੁਹਾਨੂੰ ਕੀ ਕਹਿ ਕੇ ਗਿਆ ਸੀ। ਇਮ ਸੁਨ ਸਤਿਗੁਰ ਕਰਿਓ ਤਿਕਰਾਨ ਕਰਮ ਕਰਨ ਕੋ ਤਿਕ ਤਿਕ ਤੋਹੇ। ਇਹ ਬਚਨ ਸੁਣ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਲਾਂਤਾਂ ਨੇ ਫਿਰ ਤੇਰੇ ਉੱਪਰ। ਗੁਰੂ ਕੁਲ ਦੇ ਵਿੱਚ ਜਨਮ ਲੈ ਕੇ ਇਦਾਂ ਦੇ ਨੀਚਾਂ ਵਾਲੇ ਕਰਮ ਕਰਦਾ ਤੇ ਤੇਰੇ ਇਹਨਾਂ ਕਰਮਾਂ ਦੇ ਉੱਤੇ ਤਰਕਾਰਾਂ ਹਨ। ਹੁਣ ਤੇਰੇ ਬਾਗਨ ਕੋ ਤਿਕ ਤਿਕ ਕਰਨ ਪੈਜ ਕੋ ਤਿਕ ਤਿਕ ਹੋਏ। ਸਤਿਗੁਰੂ ਕਹਿੰਦੇ ਫਿਰ ਤੇਰੇ ਜਿਹੜੇ ਬਚਨ ਨੇ ਨਾ ਹੰਕਾਰ ਵਾਲੇ ਇਹਨਾਂ ਨੂੰ ਵੀ ਲਾਂਤਾਂ ਨੇ ਤੇ ਤੂੰ ਤੁਰਕਾਂ ਦੇ ਪਾਸ ਜਾ ਕੇ ਆਪਣੀ ਰੱਖਿਆ ਕਰਾਉਣਾ ਚਾਹੁੰਦਾ ਤੇ ਉਹਦੇ ਉੱਪਰ ਵੀ ਤੈਨੂੰ ਲਾਂਤਾਂ ਤਰਕਾਰਾਂ ਹਨ। ਮੁਖ ਕੋ ਤਿਕ ਤਿਕ ਮੂਛਨ ਤਿਕ ਤਿਕ ਕੁਲ ਕੀ ਰੀਤ ਤਜੀ ਤਿਕ ਜੋਹੇ। ਤੇਰਾ ਮੂੰਹ ਵੀ ਲਾਂਤਾਂ ਯੋਗ ਹੈ ਤੇਰੀਆਂ ਮੁੱਛਾਂ ਵੀ ਲਾਂਤਾਂ ਯੋਗ ਨੇ ਜਿਨ੍ਹਾਂ ਤੇ ਹੱਥ ਫੇਰ ਕੇ ਹੰਕਾਰ ਵਿੱਚ ਕਹਿਣਾ ਵੀ ਗੱਲਾਂ ਯਾਦ ਰੱਖਿਓ। ਤੇ ਮਹਾਰਾਜ ਕਹਿੰਦੇ ਤੂੰ ਤਾਂ ਕੁਲ ਦੀ ਰੀਤ ਛੱਡ ਦਿੱਤੀ। ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਦੇ ਵਿੱਚ ਜਨਮ ਲੈ ਕੇ ਤੇ ਗੁਰੂ ਘਰ ਦੀ ਮਰਿਆਦਾ ਨੂੰ ਤੂੰ ਵਿਸਾਰ ਦਿੱਤਾ। ਤੇਰਾ ਤਾਂ ਜੀਵਣਾ ਹੀ ਤ੍ਰਿਗ ਹੈ। ਪਰੈ ਨਰਕ ਮੈਂ ਤਾਰੈ ਨਹਿ ਕੋ ਗਨ ਕਲ ਮਿਲ ਕਰਤਾ ਔਰ ਕਰੋਹੇ। ਸਤਿਗੁਰੂ ਕਹਿੰਦੇ ਹਿਰਦੇ ਕਰਕੇ ਤੂੰ ਕ੍ਰੋਧੀ ਤੇ ਪਾਪਾਂ ਨੂੰ ਕਮਾਉਣ ਵਾਲਾ ਵੱਡਾ ਪਾਪੀ ਹੈ। ਮਰਨ ਤੋਂ ਬਾਅਦ ਜਦੋਂ ਨਰਕਾਂ ਵਿੱਚ ਡਿੱਗੇਗਾ ਤੇ ਕੋਈ ਵੀ ਤੈਨੂੰ ਨਰਕਾਂ ਦੇ ਵਿੱਚੋਂ ਬਾਹਰ ਨਹੀਂ ਕੱਢ ਸਕੇਗਾ, ਕੋਈ ਤੈਨੂੰ ਤਾਰ ਨਹੀਂ ਸਕੇਗਾ। ਗਮਨਿਓ ਪ੍ਰਿਥਿਆਗਾਰ ਨਿਕਾਸਤ ਸਦਨ ਪ੍ਰਵੇਸ਼ੋ ਰਿਦਾ ਤਪੰਤ। ਇਸ ਤਰ੍ਹਾਂ ਪ੍ਰਿਥੀ ਚੰਦ ਮਹਾਰਾਜ ਦੇ ਬਚਨ ਸੁਣ ਕੇ ਤੇ ਗਾਲਾਂ ਕੱਢਦਾ ਹੋਇਆ ਆਪਣੇ ਘਰ ਨੂੰ ਚਲਾ ਗਿਆ ਤੇ ਹਿਰਦਾ ਕ੍ਰੋਧ ਦੀ ਅੱਗ ਦੇ ਨਾਲ ਤਪਿਆ ਹੋਇਆ ਹੈ। ਗਿਣਤੀ ਗਨਤ ਅਨੇਕ ਪਾਂਤ ਕੀ ਨੈਪੁਰ ਬਸੋ ਚਿੰਤ ਚਤਵੰਤ। ਜਾਂਦਾ ਹੋਇਆ ਆਪਣੇ ਚਿੱਤ ਦੇ ਵਿੱਚ ਵਿਚਾਰਾਂ ਕਰਦਾ ਹੈ ਕਿ ਮੈਂ ਹੁਣ ਇਸ ਨਗਰੀ ਵਿੱਚ ਨਹੀਂ ਰਹਾਂਗਾ। ਆਏ ਸੰਗਤਾ ਮੁਖ ਪਰ ਮੇਰੇ ਨਿੰਦਾ ਭਾਖੇਂਗੇ ਅਤਿਅੰਤ। ਕਿਉਂਕਿ ਇੱਥੇ ਆ ਕੇ ਸੰਗਤਾਂ ਮੇਰੇ ਮੂੰਹ ਦੇ ਉੱਤੇ ਮੇਰੀ ਨਿੰਦਿਆ ਕਰਨਗੀਆਂ, ਮੈਨੂੰ ਮਾੜਾ ਲੋਕ ਕਹਿਣਗੇ। ਇਸ ਵਾਸਤੇ ਇਸ ਨਗਰੀ ਨੂੰ ਛੱਡਣਾ ਹੀ ਚੰਗਾ ਹੈ। ਸਹੀ ਨ ਜਾਏ ਬਿਗਾਰ ਹੋਏਗੋ ਪਰੈ ਰਾਰ ਤਿਸ ਕਾਲ ਤੁਰੰਤ। ਜੇ ਇੱਥੇ ਆ ਕੇ ਕਿਸੇ ਨੇ ਮੇਰੇ ਮੂੰਹ ਤੇ ਮੇਰੀ ਨਿੰਦਿਆ ਕੀਤੀ ਤੇ ਮੈਨੂੰ ਇਹ ਗੱਲ ਸਹੀ ਨਹੀਂ ਜਾਣੀ।
ਮੇਰੇ ਕੋਲੋਂ ਇਹ ਗੱਲ ਜਰੀ ਨਹੀਂ ਜਾਣੀ ਤੇ ਕਿਤੇ ਇਹ ਨਾ ਹੋ ਜਾਏ ਕਿ ਕਿਸੇ ਦੂਜਿਆਂ ਨਾਲ ਮੇਰਾ ਝਗੜਾ ਹੋ ਜਾਏ। ਇਹਦੇ ਨਾਲੋਂ ਚੰਗਾ ਵੀ ਮੈਂ ਇਹ ਨਗਰ ਹੀ ਛੱਡ ਦਿਆਂ। ਜਿਸ ਕੇ ਸਿੱਖ ਸੰਗਤ ਬੋ ਆਵੇ ਅਨਗਨ ਧਨ ਆਨੇ ਮਨ ਚਾਏ। ਪ੍ਰਿਥੀ ਚੰਦ ਸੋਚਦਾ ਗੁਰੂ ਅਰਜਨ ਦੇਵ ਜੀ ਦੇ ਘਰ ਵਿੱਚ ਬਹੁਤ ਜ਼ਿਆਦੀਆਂ ਸਿੱਖ ਸੰਗਤਾਂ ਆਉਂਦੀਆਂ ਨੇ ਤੇ ਗੁਰਸਿੱਖ ਬਹੁਤ ਸਾਰਾ ਧਨ ਲਿਆ ਕੇ ਉਹਨਾਂ ਨੂੰ ਭੇਟ ਕਰਦੇ ਨੇ, ਮਾਇਆ ਅਰਪਣ ਕਰਦੇ ਹਨ। ਅਲਪ ਹੋਏ ਮੁਝ ਢਿਗਤ ਬਹਾਰੋ ਘਰ ਪ੍ਰਵੇਸ਼ੈ ਲੂਟਨ ਲੈ ਜਾਏ। ਕਹਿੰਦਾ ਜਦੋਂ ਮੇਰੇ ਪਾਸ ਥੋੜਾ ਜਿਹਾ ਧਨ ਹੋਵੇਗਾ ਤੇ ਮੈਂ ਕੁਝ ਕਰ ਸਕਾਂਗਾ, ਪਰ ਜੇ ਇੱਥੇ ਰਹਿੰਦਿਆਂ ਮੇਰੇ ਕੋਲ ਸੰਗਤਾਂ ਨਹੀਂ ਆਉਣਗੀਆਂ ਤੇ ਮੈਨੂੰ ਪੈਸਾ ਕਿੱਥੋਂ ਮਿਲੇਗਾ, ਤੇ ਜੇ ਮੈਨੂੰ ਧਨ ਨਹੀਂ ਮਿਲੇਗਾ ਤੇ ਫਿਰ ਮੈਂ ਤਾਂ ਹਾਰ ਜਾਵਾਂਗਾ ਆਪਣੇ ਛੋਟੇ ਭਰਾ ਦੇ ਹੱਥੋਂ। ਜਹਾਂ ਪਰ ਬਲ ਰੇ ਪੰਨਿਤ ਪ੍ਰਤ ਟਿਗ ਰਹਿ ਤੈ ਤੇ ਕੁਸ਼ਲ ਚਹ ਹੈ ਕਿਸ ਪਾਏ। ਕਹਿੰਦਾ ਜਿਸ ਜਗ੍ਹਾ ਦੇ ਉੱਤੇ ਕਮਜ਼ੋਰ ਰਹਿੰਦਾ ਹੋਵੇ ਨਾ ਤੇ ਦੁਸ਼ਮਣ ਤਾਕਤਵਰ ਹੋਵੇ ਤੇ ਉਸ ਜਗ੍ਹਾ ਨੂੰ ਛੱਡਣਾ ਹੀ ਠੀਕ ਹੁੰਦਾ ਹੈ, ਕਿਉਂਕਿ ਜਿਹੜਾ ਬਲਵਾਨ ਦੁਸ਼ਮਣ ਹੈ ਉਹ ਕਮਜ਼ੋਰ ਦੇ ਘਰ ਦੇ ਵਿੱਚ ਵੜ ਕੇ ਉਹਨੂੰ ਲੁੱਟ ਲੈਂਦਾ ਹੈ। ਤੇ ਫਿਰ ਜੇ ਅਸੀਂ ਕਮਜ਼ੋਰ ਹੋ ਕੇ ਬਲਵਾਨ ਤਾਕਤਵਰ ਦੁਸ਼ਮਣ ਦੇ ਕੋਲ ਰਹਾਂਗੇ ਤੇ ਸੁਖ ਸ਼ਾਂਤੀ ਦੇ ਨਾਲ ਅਸੀਂ ਕਿਵੇਂ ਰਹਿ ਸਕਦੇ ਹਾਂ। ਸਰਪ ਸ਼ੇਰ ਕੋ ਜਥਾ ਸਮੀਪੀ ਇੱਕ ਦਿਨ ਮੈਂ ਕਬਹੂ ਬਿਨਸਾਏ। ਕਹਿੰਦੇ ਸੱਪ ਤੇ ਸ਼ੇਰ ਦੀ ਜਿਹੜੀ ਸਮੀਪਤਾ ਹੈ ਨਾ, ਇੱਕ ਨਾ ਇੱਕ ਦਿਨ ਫਿਰ ਨੁਕਸਾਨ ਹੋ ਹੀ ਜਾਂਦਾ ਵੀ ਸੱਪ ਸ਼ੇਰ ਦੇ ਹੱਥੋਂ ਮਾਰਿਆ ਜਾਂਦਾ ਹੈ। ਤੇ ਇਹਦੇ ਨਾਲੋਂ ਚੰਗਾ ਇਹੀ ਹੈ ਵੀ ਮੈਂ ਇਹ ਥਾਂ ਛੱਡ ਕੇ ਚਲਾ ਜਾਵਾਂ। ਪੁੱਤਰ ਭਾਰ ਜਾ ਸੰਗ ਲੈ ਚਲ ਹਾਂ ਦਿੱਲੀ ਪੁਰੀ ਪਹੁੰਚ ਇੱਕ ਬਾਰ। ਮੈਂ ਆਪਣਾ ਪੁੱਤਰ ਪ੍ਰਿਥੀ ਚੰਦ ਦੇ ਕੋਲ ਇੱਕ ਪੁੱਤਰ ਸੀ ਮਿਹਰਬਾਨ, ਮੈਂ ਆਪਣੇ ਪੁੱਤਰ ਤੇ ਆਪਣੀ ਘਰਵਾਲੀ ਨੂੰ ਨਾਲ ਲੈ ਕੇ ਇੱਕ ਵਾਰ ਦਿੱਲੀ ਪਹੁੰਚ ਜਾਵਾਂ। ਸੁਲਹੀ ਸੋ ਮਿਲ ਮਸਲਤ ਕਰਕੇ ਜਹਾਂਗੀਰ ਡਿਗ ਕਰੋ ਪੁਕਾਰ। ਤੇ ਸੁਲਹੀ ਖਾਂ ਦੇ ਨਾਲ ਮਿਲ ਕੇ ਮੈਂ ਆਪਸ ਵਿੱਚ ਸਲਾਹ ਮਸ਼ਵਰਾ ਕਰ ਲਵਾਂਗਾ ਤੇ ਉਸ ਤੋਂ ਬਾਅਦ ਬਾਦਸ਼ਾਹ ਜਹਾਂਗੀਰ ਦੇ ਕੋਲ ਜਾ ਕੇ ਮੈਂ ਪੁਕਾਰ ਕਰਾਂਗਾ। ਜਹ ਮੈਂ ਜਾਉ ਸਿੱਖ ਤੈ ਮੇਰੇ ਆਣਗੇ ਸਭੀ ਉਪਹਾਰ। ਮੈਂ ਜਿੱਥੇ ਵੀ ਚਲਾ ਜਾਵਾਂ ਜਿਹੜੇ ਮੇਰੇ ਸਿੱਖ ਨੇ ਉਹ ਮੇਰੇ ਕੋਲ ਆਵਣਗੇ, ਮੈਨੂੰ ਆ ਕੇ ਭਟਾਵਾਂ ਅਰਪਣ ਕਰਨਗੇ। ਤਿਨ ਤੇ ਕਰ ਗੁਜ਼ਾਰਨ ਬਾਹੋ ਰਹੇ ਇਕੱਤਰ ਸਰਬ ਪਰਿਵਾਰ। ਤੇ ਜਿਹੜੀਆਂ ਭਟਾਵਾਂ ਸਿੱਖਾਂ ਦੁਆਰਾ ਮੈਨੂੰ ਪ੍ਰਾਪਤ ਹੋਣਗੀਆਂ ਉਹਨਾਂ ਭਟਾਵਾਂ ਦੇ ਨਾਲ ਮੈਂ ਆਪਣਾ ਗੁਜ਼ਾਰਾ ਕਰ ਲਵਾਂਗਾ ਤੇ ਘੱਟੋ ਘੱਟ ਮੈਂ ਆਪਣੇ ਪਰਿਵਾਰ ਦੇ ਨਾਲ ਇੱਕ ਥਾਂ ਤੇ ਇਕੱਤਰ ਹੋ ਕੇ ਰਹਾਂਗਾ। ਮਿਲਦਾ ਰਾਸੋ ਮਸਲਤ ਕੀ ਨਸ ਨਗਰੀ ਤਿਆਗ ਚਲੋ ਕਿਸ ਥਾਨ। ਬੀਬੀ ਕਰਮੋਂ ਦੇ ਨਾਲ ਮਿਲ ਕੇ ਪ੍ਰਿਥੀ ਚੰਦ ਨੇ ਸਲਾਹ ਮਸ਼ਵਰਾ ਕੀਤਾ ਵੀ ਆਪਾਂ ਇਹ ਨਗਰੀ ਛੱਡ ਕੇ ਕਿਸੇ ਹੋਰ ਥਾਂ ਤੇ ਚਲੇ ਜਾਂਦੇ ਹਾਂ। ਬੜੀ ਸਪਰਦਾ ਹਮਰੀ ਅਤਸ਼ੈ ਇਹ ਬਸਨ ਮੈਂ ਕੁਸ਼ਲ ਨਾ ਜਾਣ। ਸਾਡੀ ਦੋਹਾਂ ਭਰਾਵਾਂ ਦੀ ਆਪਸ ਵਿੱਚ ਈਰਖਾ ਲੜਾਈ ਬਹੁਤ ਜ਼ਿਆਦਾ ਵੱਧ ਗਈ ਹੈ ਤੇ ਇਸ ਜਗ੍ਹਾ ਤੇ ਵਸਣਾ ਹੁਣ ਸਾਡੇ ਲਈ ਸੁਖੈਨ ਨਹੀਂ ਹੈ। ਇਸ ਵਾਸਤੇ ਸਾਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਛੱਡ ਕੇ ਜਾਣਾ ਚਾਹੀਦਾ ਹੈ। ਬੜੋ ਬਿਗਾਰ ਭਏ ਤੇ ਪੂਰਬ ਗਮਨ ਕਰੋ ਇਹ ਮਹਾ ਸਿਆਨ। ਇਹਦੇ ਵਿੱਚ ਵੱਡੀ ਸਿਆਣਪ ਹੈ ਕਿ ਇੱਥੇ ਰਹਿਣ ਵਿੱਚ ਕੋਈ ਵਿਗਾੜ ਵੱਡਾ ਹੋ ਸਕਦਾ ਹੈ। ਹਾਲੇ ਤਾਂ ਆਪਸ ਵਿੱਚ ਬੋਲਚਾਲ ਹੀ ਹੋਇਆ, ਛੋਟੀ ਜੀ ਲੜਾਈ ਹੋਈ ਹੈ। ਜੇ ਬਹੁਤਾ ਲੰਮਾ ਸਮਾਂ ਇੱਥੇ ਰਹਾਂਗੇ ਤੇ ਕਿਤੇ ਨਾ ਹੋਵੇ ਕੋਈ ਵੱਡਾ ਝਗੜਾ ਹੋ ਜਾਏ। ਤੇ ਸਿਆਣਪ ਇਹਦੇ ਵਿੱਚ ਹੀ ਹੈ ਵੀ ਕੋਈ ਵੱਡਾ ਝਗੜਾ ਹੋਣ ਤੋਂ ਪਹਿਲਾਂ ਅਸੀਂ ਅੰਮ੍ਰਿਤਸਰ ਸਾਹਿਬ ਛੱਡ ਜਾਈਏ। ਤਿਆਰੀ ਕਰੋ ਬਿਲੰਬ ਨਾ ਠਾਨੋ ਨਹਿ ਤੇ ਹੋਏ ਆਨ ਕੀ ਆਨ। ਛੇਤੀ ਤੁਸੀਂ ਆਪਣੀ ਤਿਆਰੀ ਕਰ ਲਓ, ਦੇਰੀ ਨਾ ਕਰੋ, ਕਿਤੇ ਇਹ ਨਾ ਹੋਵੇ ਵੀ ਇੱਥੇ ਕੁਝ ਹੋਰ ਦਾ ਹੋਰ ਹੋ ਜਾਵੇ, ਕਿਤੇ ਹੋਰ ਵੱਡਾ ਲੜਾਈ ਝਗੜਾ ਨਾ ਹੋ ਜਾਵੇ। ਇਸ ਪ੍ਰਕਾਰ ਜਬ ਮਤੋ ਮਤਾਇਓ ਭਾਗਨ ਕੀ ਤਿਆਰੀ ਕਰ ਲੀਨਾ। ਇਸ ਪ੍ਰਕਾਰ ਦੋਹਾਂ ਜੀਆਂ ਨੇ ਆਪਸ ਵਿੱਚ ਸਲਾਹ ਕਰ ਲਈ ਹੈ ਤੇ ਪ੍ਰਿਥੀ ਚੰਦ ਨੇ ਅੰਮ੍ਰਿਤਸਰ ਸਾਹਿਬ ਤੋਂ ਭੱਜਣ ਦੀ ਤਿਆਰੀ ਕਰ ਲਈ। ਸਰਬਪੁਰੀ ਮੈਂ ਰੋਰਾ ਪਰ ਗਿਓ ਭਾਜ ਚਲਿਓ ਪ੍ਰਿਥਿਆ ਡਰ ਕੀਨ। ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਰੋਲਾ ਪੈ ਗਿਆ ਕਿ ਪ੍ਰਿਥੀ ਚੰਦ ਡਰਦਾ ਮਾਰਾ ਅੰਮ੍ਰਿਤਸਰ ਸਾਹਿਬ ਛੱਡ ਕੇ ਭੱਜ ਚੱਲਿਆ ਹੈ। ਸ੍ਰੀ ਹਰਿ ਗੋਬਿੰਦ ਕੋ ਬਿਖਦੀ ਨਸ ਉਗਰਿਓ ਕਪਟ ਲਾਜ ਪੈ ਪੀਨ। ਸੰਗਤਾਂ ਕਹਿਣ ਲੱਗ ਪਈਆਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਪ੍ਰਿਥੀ ਚੰਦ ਨੇ ਜ਼ਹਿਰ ਦਿੱਤਾ ਸੀ ਤੇ ਉਹਦਾ ਕਪਟ ਜਿਹੜਾ ਨਾ ਹੁਣ ਸਾਰਿਆਂ ਦੇ ਸਾਹਮਣੇ ਪ੍ਰਗਟ ਹੋ ਗਿਆ। ਇਸ ਵਾਸਤੇ ਉਹ ਡਰਦਾ ਮਾਰਾ ਗੁਰੂ ਕੀ ਨਗਰੀ ਛੱਡ ਕੇ ਦੌੜਨ ਲੱਗਾ ਹੈ। ਸਾਹਿਬਜ਼ਾਦੇ ਅਜ਼ਮਤ ਬਲ ਤੇ ਆਪਣੋ ਆਪ ਬਚਾਹੋ ਚੀਨ। ਸਤਿਗੁਰਾਂ ਦੇ ਸਾਹਿਬਜ਼ਾਦੇ ਨੇ ਆਪਣੀ ਅਜ਼ਮਤ ਆਪਣੀ ਤਾਕਤ ਦੇ ਬਲ ਦੇ ਨਾਲ
ਆਪਣੇ ਆਪ ਨੂੰ ਬਚਾ ਲਿਆ। ਭਾਵ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਰਾਮਾਤੀ ਸਾਹਿਬ ਨੇ ਤੇ ਉਹਨਾਂ ਨੇ ਆਪਣੀ ਕਰਾਮਾਤ ਦੇ ਨਾਲ ਆਪਣਾ ਆਪ ਬਚਾ ਲਿਆ ਹੈ। ਪਰ ਪ੍ਰਿਥੀ ਚੰਦ ਦਾ ਜਿਹੜਾ ਕੀਤਾ ਹੋਇਆ ਪਾਪ ਸਾਰੀ ਸੰਗਤ ਵਿੱਚ ਪ੍ਰਗਟ ਹੋ ਗਿਆ ਹੈ। ਮਿਲ ਮਿਲ ਨਰ ਦੁਰ ਦੁਰ ਕਰ ਬਾਤੈ, ਮਾਰਨ ਹਿਤ ਛਲ ਵੱਡ ਤਰ ਧਾਰ। ਇਸੇ ਪ੍ਰਕਾਰ ਸੰਗਤਾਂ ਆਪਸ ਵਿੱਚ ਮਿਲ ਕੇ ਲੁਕ ਲੁਕ ਕੇ ਗੱਲਾਂ ਕਰਦੀਆਂ ਨੇ। ਗੁਰਸਿੱਖ ਜਿਹੜੇ ਨੇ ਘਰਾਂ ਦੇ ਵਿੱਚ ਬਹਿ ਕੇ ਆਪਸ ਵਿੱਚ ਵਿਚਾਰ ਵਟਾਂਦਰਾ ਕਰਦੇ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਾਰਨ ਵਾਸਤੇ ਨੇ ਬੜੇ ਛਲ ਬਲ ਕੀਤੇ ਹਨ। ਗੁਰਸੁਤ ਮਹਾਦੇਵ ਕਰ ਬੈਠੋ, ਸੁਣਿਓ ਸ਼੍ਰੋਣ ਮੈਂ ਸਭ ਦੁਚਾਰ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਦੂਸਰੇ ਪੁੱਤਰ ਜਿਹੜੇ ਵਿਚਕਾਰਲੇ ਸਨ ਬਾਬਾ ਮਹਾਦੇਵ ਜੀ, ਉਹ ਆਪਣੇ ਘਰ ਵਿੱਚ ਬੈਠੇ ਹੋਏ ਸਨ ਤੇ ਉਹਨਾਂ ਨੂੰ ਜਦੋਂ ਸਾਰੀ ਗੱਲ ਦਾ ਪਤਾ ਲੱਗਿਆ ਹੈ, ਕਰਮੀ ਜਤ ਸਿਰ ਧੁਨ ਧੁਨ ਢੌਰਤ, ਕਹਾਂ ਕਰਮ ਕੀਨਸ ਬੁਰਿਆਰ। ਜਦੋਂ ਉਹਨਾਂ ਨੇ ਸੁਣਿਆ ਵੀ ਪ੍ਰਿਥੀ ਚੰਦ ਨੇ ਏਡਾ ਵੱਡਾ ਦੁਰਾਚਾਰ ਕੀਤਾ, ਉਹ ਵੀ ਕਹਿੰਦੇ ਆਪਣਾ ਸਿਰ ਮਾਰਨ ਲੱਗੇ, ਆਪਣੇ ਹੱਥ ਮਲਣ ਲੱਗੇ ਵੀ ਏਡਾ ਵੱਡਾ ਪਾਪ, ਏਡਾ ਵੱਡਾ ਦੁਰਾਚਾਰ ਮੇਰੇ ਭਰਾ ਨੇ ਕਰ ਦਿੱਤਾ ਹੈ। ਸਕੋ ਤਾਂ ਵੱਡਾ ਸੀ, ਉਹਦਾ ਫਰਜ਼ ਬਣਦਾ ਸੀ ਕਿ ਉਹ ਆਪਣੇ ਭਤੀਜੇ ਨਾਲ ਪਿਆਰ ਕਰਦਾ, ਪਰ ਉਹਨੇ ਆਪਣੇ ਭਤੀਜੇ ਨੂੰ ਹੀ ਮਾਰਨ ਦਾ ਏਡਾ ਵੱਡਾ ਦੁਰਾਚਾਰ ਕਰ ਲਿਆ ਹੈ। ਤਨ ਕਾਰਨ ਦਾਰੁਣ ਕ੍ਰਿਤ ਠਾਨੈ, ਨਿੰਦਾ ਬਿਦਤ ਹੈ ਜਗਤ ਮਝਾਰ। ਬਾਬਾ ਮਹਾਦੇਵ ਜੀ ਸੋਚਦੇ ਵੀ ਇਹਨੇ ਕਿਹੋ ਜਿਹਾ ਮਾੜਾ ਕਰਮ ਕੀਤਾ, ਕੇਵਲ ਧਨ ਦੀ ਖਾਤਰ, ਮਾਇਆ ਦੀ ਖਾਤਰ ਕਹਿੰਦੇ ਇਹੋ ਜਿਹਾ ਪਾਪ ਕੀਤਾ ਜਿਹਦੇ ਕਰਕੇ ਹੁਣ ਸਾਰੇ ਲੋਕ ਇਹਦੀ ਨਿੰਦਿਆ ਕਰਦੇ ਹਨ। ਬੈਠਿਓ ਪਛਤਾਵਤ ਘਰ ਆਪਣੇ, ਇਤਨੇ ਮੈਂ ਇੱਕ ਮਾਨਵ ਆਏ। ਬਾਬਾ ਮਹਾਦੇਵ ਜੀ ਆਪਣੇ ਘਰ ਵਿੱਚ ਬੈਠੇ ਹੋਏ ਪਛਤਾ ਰਹੇ ਨੇ ਵੀ ਇਹ ਮੇਰੇ ਵੱਡੇ ਭਰਾ ਨੇ ਕੀ ਕੀਤਾ ਹੈ। ਇਤਨੇ ਨੂੰ ਇੱਕ ਗੁਰਸਿੱਖ ਦੌੜ ਕੇ ਆਇਆ ਬਾਬਾ ਮਹਾਦੇਵ ਜੀ ਦੇ ਪਾਸ। ਪ੍ਰਿਥੀ ਆਸਣ ਪਰਿਵਾਰ ਤਿਆਰ ਭਾ, ਦਿੱਲੀ ਵਿਖੇ ਪੁਕਾਰ ਜਾਏ। ਉਹ ਗੁਰਸਿੱਖ ਆ ਕੇ ਕਹਿਣ ਲੱਗਾ, ਬਾਬਾ ਮਹਾਦੇਵ ਜੀ ਪ੍ਰਿਥੀ ਚੰਦ ਗੁਰੂ ਕੀ ਨਗਰੀ ਛੱਡ ਕੇ ਦਿੱਲੀ ਚੱਲਣ ਵਾਸਤੇ ਤਿਆਰ ਹੋ ਗਿਆ, ਆਪਣੇ ਸਾਰੇ ਪਰਿਵਾਰ ਨੂੰ ਆਪਣੇ ਨਾਲ ਲੈ ਕੇ ਉਹ ਦਿੱਲੀ ਕੂਚ ਕਰਨਾ ਚਾਹੁੰਦਾ ਹੈ। ਈਨ ਸੁਨਾਵਨ ਹੋਲ ਉਠਿਓ ਤਬ, ਤੁਰਨ ਪਗ ਪਨਹੀ ਕੋ ਪਾਏ। ਦਿੱਲੀ ਦੇ ਵਿੱਚ ਉਹ ਪਕਾਰੂ ਬਣ ਕੇ ਜਾ ਰਿਹਾ, ਫਰਿਆਦੀ ਬਣ ਕੇ ਕਹਿੰਦਾ ਮੈਂ ਜਹਾਂਗੀਰ ਬਾਦਸ਼ਾਹ ਦੇ ਪਾਸ ਜਾ ਕੇ ਗੁਰੂ ਅਰਜਨ ਦੇਵ ਜੀ ਦੇ ਵਿਰੋਧ ਵਿੱਚ ਮੈਂ ਪੁਕਾਰਾਂ ਕਰਾਂਗਾ। ਇਹ ਖਬਰ ਸੁਣ ਕਰਕੇ ਬਾਬਾ ਮਹਾਦੇਵ ਜੀ ਦੇ ਹਿਰਦੇ ਵਿੱਚ ਕਹਿੰਦੇ ਹੋਲ ਉੱਠ ਪਿਆ। ਉਸੇ ਵਕਤ ਹੀ ਆਪਣੇ ਚਰਨਾਂ ਦੇ ਵਿੱਚ ਜੋੜਾ ਪਾ ਕੇ ਤੇ ਬਾਬਾ ਮਹਾਦੇਵ ਜੀ ਪ੍ਰਿਥੀ ਚੰਦ ਦੇ ਘਰ ਨੂੰ ਚੱਲ ਪਏ ਹਨ। ਕੋਈ ਉਤਾਇਲ ਕਰਕੇ ਬਰਜਨ, ਸਰਲ ਰਿਦਾ ਜਿਹ ਸਹਿਜ ਸੁਭਾਏ। ਬੜੀ ਤੇਜ਼ੀ ਦੇ ਨਾਲ ਪ੍ਰਿਥੀ ਚੰਦ ਨੂੰ ਰੋਕਣ ਵਾਸਤੇ ਮਹਾਦੇਵ ਜੀ ਤੁਰ ਪਏ ਤੇ ਜਿਨ੍ਹਾਂ ਦਾ ਸੁਭਾਅ ਬੜਾ ਸ਼ਾਂਤੀ ਵਾਲਾ, ਬੜਾ ਟਿਕਾਊ ਵਾਲਾ ਸੁਭਾਅ ਹੈ। ਦਸਕ ਦਾਸ ਜੇ ਸਾਥ ਗਏ ਚੱਲ, ਦੇਖਿਓ ਘਰ ਪ੍ਰਿਥੀਏ ਕੋ ਜਾਏ। ਦਸਕ ਜਿਹੜੇ ਸੇਵਕ ਸਨ ਉਹ ਬਾਬਾ ਮਹਾਦੇਵ ਜੀ ਦੇ ਨਾਲ ਸਨ। ਇਸ ਤਰ੍ਹਾਂ ਉਹਨਾਂ ਨੇ ਜਾ ਕੇ ਪ੍ਰਿਥੀ ਚੰਦ ਦਾ ਘਰ ਵੇਖਿਆ ਹੈ। ਅਸਵਾਰੀ ਗਨ ਤਿਆਰੀ ਹੋਵਤ, ਸਭ ਵਸਤੂ ਕੇ ਪਾਰ ਬੰਦਾਏ। ਉਹਨਾਂ ਨੇ ਜਾ ਕੇ ਵੇਖਿਆ ਵੀ ਅਸਵਾਰੀਆਂ ਤਿਆਰ ਸਨ ਤੇ ਘਰ ਦੇ ਵਿੱਚ ਜਿੰਨਾ ਵੀ ਸਾਜੋ ਸਮਾਨ ਸੀ ਉਹਦੀਆਂ ਪੋਟਲੀਆਂ ਬੰਨ ਕੇ ਤਿਆਰ ਕਰਕੇ ਤੇ ਗੱਡਿਆਂ ਤੇ ਰੱਖ ਰਿਹਾ ਸੀ ਪ੍ਰਿਥੀ ਚੰਦ। ਸਕਲ ਸਕਟ ਮੈਂ ਲਾਦਤ ਹੋਵਤ, ਸਭ ਵਸਤੂ ਕੇ ਪਾਰ ਬੰਦਾਏ। ਕਹਿੰਦੇ ਜਿੰਨੀਆਂ ਵੀ ਵਸਤੂਆਂ ਸਨ ਉਹਨਾਂ ਵਸਤੂਆਂ ਦੇ ਭਾਰ ਬੰਨ ਕੇ ਤੇ ਉਹ ਸਾਰੀਆਂ ਵਸਤੂਆਂ ਗੱਡੇ ਉੱਪਰ ਲੱਦ ਰਿਹਾ ਤੇ ਬਹੁਤ ਸਾਰੇ ਲੋਕ ਚਾਰ ਚਫੇਰੇ ਖਲੋਤੇ ਹੋਏ ਵੇਖ ਰਹੇ ਹਨ। ਵਹਿਰ ਸਦਨ ਤੇ ਤੋਥ ਤੇ ਅੰਤਰ, ਕੇਤਿਕ ਪੌਰ ਸਥਿਰ ਦਰਸਾਏ। ਕੋਈ ਕਹਿੰਦੇ ਘਰ ਦੇ ਅੰਦਰ ਖਲੋਤਾ ਹੋਇਆ, ਕੋਈ ਘਰ ਦੇ ਦਰਵਾਜ਼ੇ ਵਿੱਚ ਖਲੋਤਾ ਹੋਇਆ, ਕੋਈ ਆਪਣੀਆਂ ਪੌੜੀਆਂ ਤੇ ਖਲੋਤਾ ਹੋਇਆ। ਇਸ ਤਰ੍ਹਾਂ ਲੋਕ ਥਾਂ ਥਾਂ ਤੇ ਖਲੋ ਕੇ ਤੇ ਪ੍ਰਿਥੀ ਚੰਦ ਨੂੰ ਵੇਖ ਰਹੇ ਹਨ। ਮੰਦ ਮੰਦ ਕਹਿ ਆਪਸ ਮੈਂ ਨਰ, ਪ੍ਰਿਥੀਆ ਮਹਾ ਉਪਦਰਵ ਮੂਲ। ਹੌਲੀ ਹੌਲੀ ਲੋਕ ਆਪਸ ਵਿੱਚ ਗੱਲਾਂ ਕਰਦੇ ਨੇ ਵੀ ਪ੍ਰਿਥੀ ਚੰਦ ਸਾਰੇ ਝਗੜੇ ਦੀ ਜੜ ਹੈ। ਗੁਰੂ ਘਰ ਦੇ ਵਿੱਚ ਹੁਣ ਤਾਈਂ ਜਿੰਨੇ ਵੀ ਝਗੜੇ ਪੈਦਾ ਹੋਏ ਨੇ ਇਹਦੇ ਕਰਕੇ ਹੀ ਪੈਦਾ ਹੋਏ ਹਨ। ਤਪਤ ਵਿਸ਼ੇਸ਼ ਦਵੈਸ਼ ਕੋ ਠਾਨਤ, ਅਗ ਅਸ਼ੇਸ਼ ਤੇ ਡਰੇ ਨ ਭੂਲ। ਹਿਰਦਾ ਇਹਦਾ ਹਮੇਸ਼ਾ ਕ੍ਰੋਧ ਦੀ ਅੱਗ ਦੇ ਨਾਲ ਸੜਦਾ ਰਹਿੰਦਾ ਹੈ ਤੇ ਸਦਾ ਹੀ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਨਾਲ ਈਰਖਾ ਕਰਦਾ ਹੈ। ਪਹਿਲਾਂ ਆਪਣੇ ਪਿਤਾ ਜੀ ਨਾਲ ਝਗੜਦਾ ਰਿਹਾ, ਹੁਣ ਆਪਣੇ ਛੋਟੇ ਭਰਾ ਨਾਲ ਇਹ ਝਗੜਾ ਕਰਦਾ ਹੈ ਤੇ ਪਾਪ ਕਰਨ ਤੋਂ ਵੀ ਡਰਦਾ ਨਹੀਂ।
ਮੰਨ ਲਓ ਜਿਵੇਂ ਇਹਨੂੰ ਗੱਲ ਭੁੱਲੀ ਗਈ ਹੋਵੇ ਕਿ ਪਾਪ ਨਾਂ ਦੀ ਕੋਈ ਚੀਜ਼ ਹੁੰਦੀ ਹੈ। ਗਾਦੀ ਪਰ ਬੈਠੇ ਗੁਰੂ ਅਰਜਨ ਤਬ ਕੋ ਹਿਤ ਭਇਓ ਪ੍ਰਤਕੂਲ। ਜਦੋਂ ਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰਤਾ ਗੱਦੀ ਉੱਪਰ ਬਿਰਾਜਮਾਨ ਹੋਏ ਨੇ, ਉਸ ਸਮੇਂ ਤੋਂ ਇਹ ਜਿਹੜਾ ਪ੍ਰਿਥੀ ਚੰਦ ਸਤਿਗੁਰਾਂ ਦੇ ਉਲਟ ਹੋ ਗਿਆ ਹੈ। ਹਾਤ ਨੀ ਕੁਛ ਪ੍ਰਾਪਤ ਹੋਵਤ ਜਿਸ ਪਰ ਨੈ ਪੇਪਤ ਅਨਕੂਲ। ਇਸੇ ਪ੍ਰਕਾਰ ਇਹਨੂੰ ਕੁਝ ਪ੍ਰਾਪਤ ਨਹੀਂ ਹੋਇਆ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੇ ਵਿੱਚੋਂ, ਕਿਉਂਕਿ ਇਹ ਆਪਣੇ ਪਿਤਾ ਜੀ ਦੇ ਅਨੁਕੂਲ ਵੀ ਨਹੀਂ ਹੋਇਆ। ਇਹਨੇ ਕਦੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਚਨ ਨਹੀਂ ਮੰਨੇ, ਪਿਤਾ ਗੁਰੂ ਦਾ ਹੁਕਮ ਵੀ ਨਹੀਂ ਮੰਨਿਆ, ਇਸ ਵਾਸਤੇ ਖਾਲੀ ਹੱਥ ਰਹਿ ਗਿਆ ਹੈ। ਅਬ ਉਤਪਾਤ ਕਰਨ ਕੋਹ ਗਮਨਤ ਵਿਖ ਕੀ ਬਾਤ ਬਿਦਤ ਗਈ ਹੋਏ। ਹੁਣ ਕੋਈ ਹੋਰ ਨਵਾਂ ਉਤਪਾਤ ਖੜਾ ਕਰਨ ਵਾਸਤੇ ਨਾ ਦਿੱਲੀ ਜਾ ਰਿਹਾ, ਕਿਉਂਕਿ ਜ਼ਹਿਰ ਵਾਲੀ ਗੱਲ ਪ੍ਰਗਟ ਹੋ ਗਈ ਹੈ ਕਿ ਇਹਨੇ ਮਹਾਰਾਜ ਗੁਰੂ ਅਰਜਨ ਦੇਵ ਜੀ ਦੇ ਸਾਹਿਬਜ਼ਾਦੇ ਨੂੰ ਜ਼ਹਿਰ ਦਿੱਤਾ ਹੈ। ਅਬ ਉਤਪਾਤ ਕਰਨ ਕੋਹ ਗਮਨਤ ਵਿਖ ਕੀ ਬਾਤ ਬਿਦਤ ਗਈ ਹੋਏ। ਦਬਿਓ ਲਾਜ ਤੇ ਰਹਿ ਨ ਸਕੈ ਪੁਰ ਨਿੰਦੈ ਨਰ ਨਾਰੀ ਸਭ ਕੋਏ। ਹੁਣ ਸ਼ਰਮ ਦਾ ਮਾਰਾ ਕਹਿੰਦੇ ਦਬਿਆ ਹੈ, ਨਗਰੀ ਵਿੱਚ ਨਹੀਂ ਰਹਿ ਸਕਦਾ, ਕਿਉਂਕਿ ਸਾਰੇ ਲੋਕ ਇਹਦੀ ਨਿੰਦਿਆ ਕਰ ਰਹੇ ਨੇ, ਇਹਨੂੰ ਬੁਰਾ ਭਲਾ ਬੋਲ ਰਹੇ ਨੇ, ਤੇ ਸ਼ਰਮ ਦਾ ਮਾਰਾ ਹੁਣ ਇਹ ਨਗਰੀ ਛੱਡ ਰਿਹਾ ਹੈ। ਸੁੰਦਰ ਸ਼੍ਰੀ ਹਰਿ ਗੋਬਿੰਦ ਬਾਲਕ ਅਨੁਜ ਨੰਦ ਮੰਦਰ ਗੁਣ ਜੋਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਜਿਹੜੇ ਗੁਣਾਂ ਦੇ ਖਜ਼ਾਨੇ ਨੇ, ਗੁਣਾਂ ਦੇ ਘਰ ਹਨ। ਤਿਸ ਹਤ ਬੇਕੋ ਚਾਹਤ ਨਿਤ ਪ੍ਰਤ ਮਤ ਹਤ ਭਈ ਦੁਖਤ ਬਿਖ ਸੋਏ। ਐਸੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਇਹ ਦਿਨ ਪ੍ਰਤ ਦਿਨ ਮਾਰਨਾ ਹੀ ਚਾਹੁੰਦਾ ਸੀਗਾ, ਤੇ ਪ੍ਰਿਥੀ ਚੰਦ ਸਦਾ ਹੀ ਛੇਵੇਂ ਪਾਤਸ਼ਾਹ ਨੂੰ ਵੇਖ ਵੇਖ ਕੇ ਦੁਖੀ ਹੁੰਦਾ ਰਹਿੰਦਾ ਸੀ। ਉਹਨਾਂ ਦੀ ਸ਼ੋਭਾ ਨੂੰ, ਉਹਨਾਂ ਦੀ ਵਡਿਆਈ ਨੂੰ ਵੇਖ ਕੇ ਬੜਾ ਔਖਾ ਹੁੰਦਾ ਸੀ। ਇਸ ਵਾਸਤੇ ਰੋਜ਼ ਕੋਈ ਨਾ ਕੋਈ ਉਪਾਅ ਕਰਦਾ ਰਹਿੰਦਾ ਸੀ ਵੀ ਮੈਂ ਕਿਸੇ ਤਰੀਕੇ ਨਾਲ ਛੇਵੇਂ ਪਾਤਸ਼ਾਹ ਨੂੰ ਮਾਰ ਦਿਆਂ। ਪ੍ਰਥਮ ਧਾਏ ਪੁਨ ਪੰਨੰਗ ਸ਼ੋਰਾ ਅਬ ਕੁਕਰਮ ਇਹ ਕੀਨ ਮਹਾਨ। ਸਭ ਤੋਂ ਪਹਿਲਾਂ ਮਹਾਰਾਜ ਨੂੰ ਮਾਰਨ ਵਾਸਤੇ ਇਹਨੇ ਦਾਈ ਭੇਜ ਦਿੱਤੀ, ਜਿਹੜੀ ਅਸਤਣਾ ਨੂੰ ਜ਼ਹਿਰ ਲਾ ਕੇ ਵਡਾਲੀ ਨਗਰ ਗਈ ਸੀ। ਉਹ ਦਾਈ ਛੇਵੇਂ ਪਾਤਸ਼ਾਹ ਦੇ ਹੱਥੋਂ ਮਾਰੀ ਗਈ। ਉਸ ਤੋਂ ਬਾਅਦ ਇਹਨੇ ਇੱਕ ਸਪੇਰਾ ਭੇਜ ਦਿੱਤਾ ਮਾਇਆ ਦੇ ਲਾਲਚ ਦੇ ਕਰਕੇ। ਉਹ ਸਪੇਰੇ ਨੇ ਇੱਕ ਭਿਅੰਕਰ ਨਾਗ ਜਿਹੜਾ ਸੀ ਘਰ ਦੇ ਵਿਹੜੇ 'ਚ ਛੱਡ ਦਿੱਤਾ। ਉਦੋਂ ਮਹਾਰਾਜ ਛੇਵੇਂ ਪਾਤਸ਼ਾਹ ਜੀ ਰੜਦੇ ਹੁੰਦੇ ਸਨ, ਪਰ ਉਹ ਸੱਪ ਵੀ ਛੇਵੇਂ ਪਾਤਸ਼ਾਹ ਦੇ ਹੱਥੋਂ ਮਾਰਿਆ ਗਿਆ। ਤੇ ਲੋਕ ਕਹਿੰਦੇ ਹੁਣ ਵੀ ਇਹਨੇ ਬੜਾ ਭਾਰੀ ਕਰੂਰ ਕਰਮ ਕੀਤਾ ਹੈ ਕਿ ਦਹੀਂ ਦੇ ਵਿੱਚ ਜ਼ਹਿਰ ਮਿਲਾ ਕੇ ਛੇਵੇਂ ਪਾਤਸ਼ਾਹ ਜੀ ਨੂੰ ਮਾਰਨਾ ਚਾਹਿਆ ਹੈ। ਗੁਰ ਸਤ ਕੇ ਸਹਾਇ ਪਰਮੇਸ਼ਰ ਦਿਪਤ ਜੋਤ ਮੁਖ ਮੰਡਲ ਜਾਨ। ਪਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਗੁਰੂ ਪੁੱਤਰ ਦੇ ਸਹਾਈ ਹਨ। ਗੁਰੂ ਹਰਗੋਬਿੰਦ ਸਾਹਿਬ ਜੀ ਦੀ ਰਕਸ਼ਾ ਅਕਾਲ ਪੁਰਖ ਨੇ ਕੀਤੀ ਹੈ, ਤੇ ਜਿਨ੍ਹਾਂ ਦੇ ਮੁਖ ਦੇ ਉੱਪਰ ਉਸ ਅਕਾਲ ਪੁਰਖ ਵਾਹਿਗੁਰੂ ਸਾਹਿਬ ਜੀ ਦੀ ਜੋਤ ਕਹਿੰਦੇ ਪ੍ਰਕਾਸ਼ਦੀ ਹੈ। ਕਿਤੇ ਆਦਿਕ ਸਭ ਵਾਰਤਾ ਅਦਕ ਭੀਰ ਹੋਈ ਤਹ ਆਨ। ਇਸ ਪ੍ਰਕਾਰ ਸਾਰੀਆਂ ਸੰਗਤਾਂ ਆਪਸ ਵਿੱਚ ਗੱਲਾਂ ਕਰਦੀਆਂ ਨੇ, ਲੋਕ ਆਪਸ ਵਿੱਚ ਵਿਚਾਰਾਂ ਕਰਦੇ ਨੇ। ਜਿਸ ਜਗ੍ਹਾ ਤੇ ਪ੍ਰਿਥੀ ਚੰਦ ਦਾ ਘਰ ਹੈ ਉੱਥੇ ਬਹੁਤ ਜ਼ਿਆਦੀ ਲੋਕਾਂ ਦੀ ਭੀੜ ਜਮ੍ਹਾਂ ਹੋ ਗਈ ਹੈ। ਮਹਾਦੇਵ ਕਰ ਮਾਹੇ ਪ੍ਰਵੇਸ਼ਿਓ ਮਹਾ ਉਪਦਰਵ ਚਾਹਤ ਹਾਨ। ਬਾਬਾ ਮਹਾਦੇਵ ਜੀ ਪ੍ਰਿਥੀ ਚੰਦ ਦੇ ਘਰ ਦੇ ਵਿੱਚ ਪ੍ਰਵੇਸ਼ ਹੋਏ। ਉਹ ਚਾਹੁੰਦੇ ਸਨ ਵੀ ਜਿਹੜਾ ਇਹ ਉਪਦਰਵ ਖੜਾ ਕਰ ਰਿਹਾ ਨਾ, ਲੜਾਈ ਝਗੜਾ ਜਿਹੜਾ ਇਹਨੇ ਗੁਰੂ ਘਰ ਵਿੱਚ ਪੈਦਾ ਕੀਤਾ ਹੈ, ਇਹਨੂੰ ਮੈਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਖਤਮ ਕਰ ਦਿਆਂ ਤਾਂ ਕਿ ਸ਼ਾਂਤੀ ਹੋ ਜਾਵੇ। ਪ੍ਰਾਤ ਵਿਸਾਲ ਵਿਖਿਓ ਕਰ ਬੰਧਨ ਭਰਿਓ ਕ੍ਰੋਧ ਸੋਰਿਦਾ ਤਪੰਤ। ਬਾਬਾ ਮਹਾਦੇਵ ਜੀ ਨੇ ਵੱਡਾ ਭਰਾ ਵੇਖਿਆ ਪ੍ਰਿਥੀ ਚੰਦ, ਦੋਨੇ ਹੱਥ ਜੋੜ ਕੇ ਨਮਸਕਾਰ ਕੀਤੀ। ਪਰ ਉਸ ਵਕਤ ਜਿਹੜਾ ਪ੍ਰਿਥੀ ਚੰਦ ਸੀ ਕ੍ਰੋਧ ਦੇ ਨਾਲ ਭਰਿਆ ਹੋਇਆ ਤਪ ਰਿਹਾ ਸੀ। ਰਕਤ ਨੇਤਰ ਕੁਛ ਆਂਸੂ ਝਲਕਤ ਜਿਸ ਕੋ ਮਨ ਸਮ ਵਿਅੰਗ ਉਡੰਤ। ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇਤਰ ਲਾਲ ਰੰਗ ਦੇ, ਉਹਦੇ ਵਿੱਚ ਪਾਣੀ ਝਲਕ ਰਿਹਾ ਸੀ। ਦੁੱਖ ਵੀ ਬੜਾ ਸੀ ਨਾ, ਕਿਉਂਕਿ ਜੋ ਚਾਹਿਆ ਉਹ ਹੋਇਆ ਨਹੀਂ। ਗਮ ਬੜਾ ਸੀ ਅੰਦਰ, ਤੇ ਮਨ ਜਿਹੜਾ ਸੀ ਪੰਛੀ ਵਾਂਗੂ ਉਡਾਰੀ ਮਾਰ ਰਿਹਾ ਸੀ। ਅਨਕੋਟ ਸੰਕਲਪ ਉਠਾਵਤ ਚਹਿ ਸਪਿਨ ਕੇ ਪ੍ਰਾਨ ਹੰਤ। ਤੇ ਆਪਣੇ ਹਿਰਦੇ ਵਿੱਚ ਅਨੇਕਾਂ ਪ੍ਰਕਾਰਾਂ ਦੇ ਖੋਟੇ ਸੰਕਲਪ ਉਠਾਉਂਦਾ ਹੈ।
ਵੀ ਕਿਸੇ ਨਾ ਕਿਸੇ ਤਰੀਕੇ ਨਾਲ ਮੈਂ ਧੰਨ ਗੁਰੂ ਅਰਜਨ ਦੇਵ ਸਾਹਿਬ ਦੇ ਸਾਰੇ ਪਰਿਵਾਰ ਨੂੰ ਮਾਰ ਦਿਆਂ। ਕਹਿ ਦਾਸਨ ਤਿਆਰੀ ਕਰਵਾਵਤ ਬਿਪਤਾ ਪਰੀ ਉਜਰ ਗਮਨੰਤ। ਆਪਣੇ ਦਾਸਾਂ ਨੂੰ ਕਹਿ ਕਹਿ ਕੇ ਤਿਆਰੀ ਕਰਵਾ ਰਹੇ ਹੈ। ਬਿਪਤਾ ਪਈ ਹੋਈ ਹੈ ਤੇ ਉੱਜੜ ਕੇ ਹੁਣ ਪ੍ਰਿਥੀ ਚੰਦ ਇੱਥੋਂ ਜਾਣਾ ਚਾਹੁੰਦਾ ਹੈ। ਮਹਾਦੇਵ ਮਨ ਮਹਾ ਕਰੋਧ ਪਿਖ ਹਾਥ ਜੋਰ ਕਹਿ ਬਿਨੈ ਸਮਾਨ। ਬਾਬਾ ਮਹਾਦੇਵ ਜੀ ਨੇ ਵੇਖਿਆ ਵੀ ਬੜਾ ਕ੍ਰੋਧੀ ਹੋਇਆ ਪਿਆ। ਉਹਨਾਂ ਨੇ ਦੋਨੇ ਹੱਥ ਜੋੜੇ ਤੇ ਦੋਨੇ ਹੱਥ ਜੋੜ ਕੇ ਬੇਨਤੀ ਕਰਨ ਲੱਗੇ ਹਨ। ਕਿਤ ਕੋ ਤਿਆਰੀ ਆਪ ਕਰਾਵਤ ਸਣ ਪਰਵਾਰ ਜਾਉ ਕਿਸ ਥਾਨ। ਬਾਬਾ ਜੀ ਕਹਿੰਦੇ ਭਰਾਤਾ ਜੀ ਕਿੱਧਰ ਜਾ ਰਹੇ ਹੋ? ਸਾਰੇ ਪਰਿਵਾਰ ਸਮੇਤ ਤਿਆਰੀ ਕਰਕੇ ਤੁਸੀਂ ਕਿੱਧਰ ਨੂੰ ਚਾਲਾ ਪਾਉਣਾ ਹੈ? ਤੁਸੀਂ ਨਗਰੀ ਕਿਉਂ ਛੱਡ ਰਹੇ ਹੋ? ਘਰ ਕੀ ਵਸਤ ਸਮਸਤ ਬੰਦਾਵੋ ਮਨੋ ਪੁਰੀ ਕਬ ਪਿਖੋ ਨ ਆਨ। ਘਰ ਦੀਆਂ ਸਾਰੀਆਂ ਵਸਤੂਆਂ ਵੀ ਬਣਾ ਰਹੇ ਹੋ, ਗੱਡਿਆਂ ਦੇ ਉੱਤੇ ਸਾਰੀਆਂ ਵਸਤੂਆਂ ਲੱਦ ਰਹੇ ਹੋ। ਮੰਨ ਲਓ ਕਿ ਜਿਵੇਂ ਤੁਸੀਂ ਮੁੜ ਕੇ ਇਸ ਨਗਰ ਵਿੱਚ ਵਾਪਸ ਹੀ ਨਹੀਂ ਆਉਣਾ। ਕਾਰਨ ਕੌਣ ਭੌਨ ਕੋ ਤਿਆਗੋ ਪੋਨਾ ਕਿਸੀ ਕੋ ਇਹ ਠਾਮਾਨ। ਭਰਾਤਾ ਜੀ ਕੀ ਕਾਰਨ ਹੈ ਕਿ ਤੁਸੀਂ ਆਪਣਾ ਘਰ ਛੱਡ ਰਹੇ ਹੋ? ਤੁਹਾਨੂੰ ਤਾਂ ਇਸ ਨਗਰੀ ਵਿੱਚ ਕਿਸੇ ਦਾ ਵੀ ਡਰ ਨਹੀਂ ਤੇ ਨਾ ਹੀ ਤੁਹਾਨੂੰ ਕਿਸੇ ਦਾ ਡਰ ਮੰਨਣਾ ਚਾਹੀਦਾ ਹੈ। ਕਹਿ ਪ੍ਰਿਥਿਆ ਦਿੱਲੀ ਪੁਰ ਗਮਨ ਜਹਾਂਗੀਰ ਕਹਿ ਪਹੁੰਚੋ ਪਾਸ। ਬਾਬਾ ਮਹਾਦੇਵ ਜੀ ਦੇ ਬਚਨ ਸੁਣ ਕੇ ਪ੍ਰਿਥੀ ਚੰਦ ਕਹਿਣ ਲੱਗਾ ਵੀ ਦਿੱਲੀ ਚੱਲਿਆ ਮਹਾਦੇਵ ਜੀ। ਬਾਦਸ਼ਾਹ ਜਹਾਂਗੀਰ ਦੇ ਪਾਸ ਮੈਂ ਜਾ ਕੇ ਫਰਿਆਦੀ ਬਣ ਕੇ ਉਹਦੇ ਤਾਈਂ ਮੈਂ ਪਹੁੰਚ ਕਰਨਾ ਚਾਹੁੰਦਾ ਹਾਂ। ਕਰ ਪੁਕਾਰ ਮੈਂ ਅਖਲੁ ਸੁਨਾਮੋ ਪਠੋ ਤੁਰਕ ਗੁਣ ਇਨਹੁ ਵਾਸ। ਜਹਾਂਗੀਰ ਬਾਦਸ਼ਾਹ ਦੇ ਕੋਲ ਜਾ ਕੇ ਪੁਕਾਰਾਂ ਕਰਕੇ ਤੇ ਬਹੁਤ ਸਾਰੇ ਤੁਰਕ ਮੈਂ ਗੁਰੂ ਅਰਜਨ ਦੇਵ ਜੀ ਦੇ ਘਰ ਵਿੱਚ ਭੇਜਾਂਗਾ। ਸੁਤ ਬਿਨ ਤਾਜਤ ਅਰਜਨ ਕੋ ਤਬ ਪਕੜ ਲਿਹੋਗੇ ਤੇ ਦੁਖ ਰਾਸ। ਤੁਰਕ ਉਥੋਂ ਦਿੱਲੀ ਤੋਂ ਚੱਲ ਕੇ ਆਉਣਗੇ ਗੁਰੂ ਅਰਜਨ ਦੇਵ ਜੀ ਨੂੰ ਉਹਨਾਂ ਦੀ ਪਤਨੀ ਤੇ ਉਹਨਾਂ ਦੇ ਪੁੱਤਰ ਸਮੇਤ ਗ੍ਰਿਫਤਾਰ ਕਰਕੇ ਤੇ ਦਿੱਲੀ ਦੇ ਵਿੱਚ ਲੈ ਕੇ ਜਾਵਣਗੇ। ਕਹਾ ਮੰਗਵੋ ਕੈਦ ਕਰਾਵੋ ਮਨਵਾਵੋ ਤਬ ਜੋ ਆਸ। ਜਦੋਂ ਤੁਰਕ ਉਹਨਾਂ ਨੂੰ ਕੈਦ ਕਰਕੇ ਦਿੱਲੀ ਲੈ ਕੇ ਜਾਵਣਗੇ ਤੇ ਉਹਨਾਂ ਨੂੰ ਫਿਰ ਬੜੇ ਭਾਰੀ ਦੁੱਖ ਦਿੱਤੇ ਜਾਣਗੇ ਤੇ ਫਿਰ ਕੈਦ ਕਰਵਾ ਕੇ ਜੋ ਚਾਹਾਂ ਮੈਂ ਉਹੀ ਉਹਨਾਂ ਦੇ ਕੋਲੋਂ ਮਨਾ ਲਵਾਂਗਾ ਤੇ ਫਿਰ ਮੇਰੇ ਕਹੇ ਹੋਏ ਬਚਨ ਉਹ ਮੰਨਣਗੇ ਤੇ ਇਹਦੇ ਨਾਲ ਮੇਰੀ ਆਸ ਪੂਰੀ ਹੋ ਜਾਵੇਗੀ। ਸੁਣ ਤਬ ਮਹਾਦੇਵ ਕਰ ਜੋਰੇ ਹਮ ਦੋਨੋਂ ਤਬ ਅਨਜ ਲਗੰਤ। ਇਹ ਬਚਨ ਸੁਣ ਕੇ ਬਾਬਾ ਮਹਾਦੇਵ ਜੀ ਨੇ ਨਾ ਦੋਨੇ ਹੱਥ ਜੋੜ ਲਏ ਤੇ ਬੜੀ ਨਿਮਰਤਾ ਦੇ ਨਾਲ ਕਹਿਣ ਲੱਗੇ ਭਰਾ ਜੀ ਅਸੀਂ ਦੋਨੇ ਜਾਣੇ ਨਾ ਰਿਸ਼ਤੇ ਦੇ ਵਿੱਚ ਭਰਾ ਲੱਗਦੇ ਹਾਂ। ਬੈਸ ਬਿਖੈ ਲਗ ਸਮਤ ਬਿਖੈ ਲਗ ਸਤ ਸਮਾਨ ਅਮਲ ਕੋ ਸੁਚਿੰਤ। ਚਾਹੇ ਮੈਂ ਹਾਂ ਚਾਹੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਅਸੀਂ ਉਮਰ ਵਿੱਚ ਤੁਹਾਡੇ ਨਾਲੋਂ ਛੋਟੇ ਆ। ਕੱਲੀ ਸਾਡੀ ਉਮਰ ਹੀ ਛੋਟੀ ਨਹੀਂ, ਸਾਡੀ ਮੱਤ ਵੀ ਤੁਹਾਡੇ ਨਾਲੋਂ ਛੋਟੀ ਹੈ ਤੇ ਤੁਹਾਡਾ ਫਰਜ਼ ਇਹ ਬਣਦਾ ਹੈ ਵੀ ਸਾਨੂੰ ਛੋਟੇ ਭਰਾਵਾਂ ਨੂੰ ਪਿਤਾ ਦੇ ਸਥਾਨ ਤੁਸੀਂ ਉਹ ਵੱਡੇ ਹੋ ਤੇ ਪੁੱਤਰਾਂ ਵਾਂਗੂ ਤੁਸੀਂ ਸਾਡਾ ਖਿਆਲ ਰੱਖੋ। ਤੁਮਹੁ ਬੜੇ ਸਿਆਣੇ ਬੈ ਮਹਾਬੁੱਧ ਵਿਸਾਲ ਸਭ ਰੀਤ ਮਹੰਤ। ਤੁਸੀਂ ਹਰ ਪ੍ਰਕਾਰ ਤਰ੍ਹਾਂ ਵੱਡੇ ਹੋ, ਉਮਰ ਵਿੱਚ ਵੀ ਵੱਡੇ ਹੋ, ਸਿਆਣਪ ਵਿੱਚ ਵੀ ਵੱਡੇ ਹੋ, ਬੁੱਧੀ ਵਿੱਚ ਵੀ ਵੱਡੇ ਹੋ। ਅਸੀਂ ਜਿਹੜੇ ਆ ਉਮਰ ਕਰਕੇ ਵੀ ਛੋਟੇ ਆ ਤੇ ਬੁੱਧੀ ਕਰਕੇ ਵੀ ਛੋਟੇ ਹਾਂ। ਰੱਛਾ ਹਮਰੀ ਜਿਮ ਕਮ ਕਰੀਐ ਅਹੈ ਜਗੋਤਾ ਇਮ ਲਿਖਿਅੰਤ। ਤੇ ਤੁਸੀਂ ਜਿਵੇਂ ਕਿਵੇਂ ਸਾਡੀ ਰੱਖਿਆ ਕਰਿਆ ਕਰੋ। ਤੁਹਾਡਾ ਫਰਜ਼ ਬਣਦਾ ਤੁਸੀਂ ਪਿਤਾ ਦੇ ਸਥਾਨ ਤੇ ਹੋ, ਤੁਸੀਂ ਸਾਡਾ ਖਿਆਲ ਰੱਖਿਆ ਕਰੋ, ਸਾਡਾ ਧਿਆਨ ਰੱਖਿਆ ਕਰੋ। ਸੋ ਜਿਸ ਪ੍ਰਕਾਰ ਕਹਿੰਦੇ ਕਰਮ ਕਰਨਾ ਤੁਹਾਡੇ ਲਈ ਯੋਗ ਹੈ ਉਹ ਕਰਮ ਤੁਸੀਂ ਕਰਨਾ ਕਰੋ। ਪਿਤ ਸਮ ਤੁਮ ਪ੍ਰਤਪਾਲਕ ਹੋਵੋ ਲਾਇਕ ਇਸੀ ਬਾਤ ਕੇ ਜਾਨ। ਜਿਵੇਂ ਸਾਡੇ ਪਿਤਾ ਗੁਰੂ ਰਾਮਦਾਸ ਮਹਾਰਾਜ ਨੇ ਸਾਡੀ ਪਾਲਣਾ ਕੀਤੀ ਹੈ, ਇਸੇ ਪ੍ਰਕਾਰ ਪਿਤਾ ਦੇ ਸਮਾਨ ਤੁਸੀਂ ਸਾਡੀ ਪਾਲਣਾ ਕਰਨਾ ਕਰੋ। ਉਚਿਤ ਨਹੀਂ ਉਤਪਾਤ ਕਰਨ ਕੇ ਬਨੋ ਪਕਾਰੂ ਪਿਖੇ ਜਹਾਨ। ਤੁਹਾਡੇ ਵਾਸਤੇ ਇਹੋ ਜਿਹਾ ਕਰਮ ਕਰਨਾ ਉਚਿਤ ਨਹੀਂ। ਉਤਪਾਤ ਕਰਨਾ, ਗੁਰੂ ਘਰ ਵਿੱਚ ਲੜਾਈ ਝਗੜਾ ਕਰਨਾ, ਇਹ ਤੁਹਾਡੇ ਲਈ ਠੀਕ ਨਹੀਂ। ਤੇ ਸਭ ਤੋਂ ਮਾੜੀ ਗੱਲ ਹੈ ਕਿ ਦਿੱਲੀ ਵਿੱਚ ਜਾ ਕੇ ਫਰਿਆਦੀ ਬਣ ਕੇ ਤੁਰਕਾਂ ਅੱਗੇ ਫਰਿਆਦ ਕਰਨੀ, ਇਹ ਵੀ ਗੱਲ ਠੀਕ ਨਹੀਂ। ਕਿਉਂਕਿ ਸਾਰਾ ਜਹਾਨ ਤੁਹਾਨੂੰ ਵੇਖੇਗਾ ਤੇ ਲੋਕ ਕੀ ਕਹਿਣਗੇ ਕਿ ਗੁਰੂ ਰਾਮਦਾਸ ਮਹਾਰਾਜ ਜੀ ਦਾ ਸੁਪੁੱਤਰ ਆਪਣੇ ਹੀ ਛੋਟੇ ਭਰਾ ਦੇ ਉੱਤੇ ਫਰਿਆਦੀ ਬਣ ਕੇ ਆ ਗਿਆ ਹੈ। ਤਰਹੁ ਨ ਹਿਰਦੈ ਈਰਖਾ ਤਪ ਕਰ ਹਵੈ ਕਰ ਪਿਤਾ ਪ੍ਰਸੇਨ ਮਹਾਨ। ਗੁੱਸੇ ਹੋ ਕੇ ਤੁਸੀਂ ਹਿਰਦੇ ਵਿੱਚ ਈਰਖਾ ਨਾ ਧਾਰਨ ਕਰੋ।
ਤੇ ਕਹਿੰਦੇ ਕਰ ਪਿਤ ਪ੍ਰਸੰਨ ਮਹਾਨ। ਜਿਵੇਂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੇਵਾ ਕਰਕੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਉਹਨਾਂ ਨੂੰ ਪ੍ਰਸੰਨ ਕੀਤਾ ਹੈ। ਗੁਰਤਾ ਦਈ ਜਗਤ ਗੁਰ ਕੀ ਨਸ, ਲਖਿਓ ਜੋਗ ਬਿਠਾਏ ਸਥਾਨ। ਤੇ ਗੁਰੂ ਰਾਮਦਾਸ ਮਹਾਰਾਜ ਨੇ ਉਹਨਾਂ ਦੀ ਸੇਵਾ ਵੇਖ ਕੇ ਉਹਨਾਂ ਨੂੰ ਗੁਰਤਾ ਗੱਦੀ ਦੇ ਲਾਇਕ ਜਾਣ ਕੇ ਉਹਨਾਂ ਨੂੰ ਗੁਰਤਾ ਗੱਦੀ ਦੇ ਦਿੱਤੀ, ਆਪਣੇ ਥਾਂ ਦੇ ਉੱਤੇ ਉਹਨਾਂ ਨੂੰ ਬਿਠਾ ਦਿੱਤਾ ਹੈ। ਹਮ ਤੁਮ ਕੋ ਚਾਹਿਯਤ ਅਬ ਇਸ ਬਿਦ, ਅਖਲਮ ਸਦ ਸੰਗਤ ਸੰਗ। ਇਸ ਵਾਸਤੇ ਸਾਨੂੰ ਤੁਹਾਨੂੰ ਸਾਰੀਆਂ ਸੰਗਤਾਂ ਨੂੰ ਇਹੀ ਚਾਹੀਦਾ ਹੈ ਕਿ ਅਸੀਂ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿੱਚ ਜਾ ਕੇ ਤੇ ਉਹਨਾਂ ਦੇ ਚਰਨਾਂ ਤੇ ਨਮਸਕਾਰਾਂ ਕਰੀਏ, ਉਹਨਾਂ ਨੂੰ ਗੁਰੂ ਜਾਣ ਕੇ ਉਹਨਾਂ ਨੂੰ ਪੂਜੀਏ ਅਸੀਂ। ਕਿਉਂਕਿ ਗੁਰੂ ਰਾਮਦਾਸ ਮਹਾਰਾਜ ਨੇ ਆਪ ਉਹਨਾਂ ਨੂੰ ਗੁਰਤਾ ਗੱਦੀ ਦਿੱਤੀ ਤੇ ਆਪਣੇ ਅਸਥਾਨ ਤੇ ਬਿਰਾਜਮਾਨ ਕਰਵਾਇਆ ਹੈ। ਸਭ ਕੋ ਲੈ ਤਿਨ ਪਗ ਸਿਰ ਧਾਰੋ, ਪਿਤ ਆਯੁਸ ਕੋ ਮਾਨ ਅਭੰਗ। ਬਾਬਾ ਮਹਾਦੇਵ ਜੀ ਕਹਿੰਦੇ ਭਰਾ ਜੀ ਇਸ ਤਰ੍ਹਾਂ ਕਰੋ, ਤੁਸੀਂ ਆਪਣੀਆਂ ਸਾਰੀਆਂ ਸੰਗਤਾਂ ਨਾਲ ਲੈ ਲਓ, ਮੈਂ ਵੀ ਤੁਹਾਡੇ ਨਾਲ ਚੱਲਦਾ ਤੇ ਚੱਲ ਕੇ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਤੇ ਸੀਸ ਰੱਖ ਦਿਓ। ਕਿਉਂਕਿ ਸਾਡੇ ਪਿਤਾ ਜੀ ਦੀ ਆਗਿਆ ਹੈ ਤੇ ਉਹ ਸਾਨੂੰ ਮੋੜਨੀ ਨਹੀਂ ਬਣਦੀ। ਅਸੀਂ ਆਪਣੇ ਪਿਤਾ ਜੀ ਦੀ ਆਗਿਆ ਮੰਨ ਕੇ ਗੁਰੂ ਅਰਜਨ ਦੇਵ ਜੀ ਨੂੰ ਨਮਸਕਾਰ ਕਰਾਂਗੇ। ਇੱਕ ਤੋਂ ਪਿਤਾ ਦੂਸਰੇ ਗੁਰ ਹੈ, ਤਿਨ ਕੇ ਬਾਗ ਬਲੰਦ ਉਤੰਗ। ਇੱਕ ਤਾਂ ਸਾਡੇ ਪਿਤਾ ਗੁਰੂ ਰਾਮਦਾਸ ਮਹਾਰਾਜ ਜੀ ਨੇ, ਦੂਸਰੀ ਵੱਡੀ ਗੱਲ ਕਿ ਉਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਚੌਥੀ ਜੋਤ ਹਨ ਤੇ ਉਹਨਾਂ ਦੇ ਕਹੇ ਹੋਏ ਬਚਨ ਸਭ ਤੋਂ ਵੱਡੇ, ਸਭ ਤੋਂ ਮਹਾਨ ਹਨ। ਹੋਏ ਸਪੂਤ ਕੈਸੇ ਨ ਮਾਨੈ, ਸਮਝ ਵਿਚਾਰੋ ਹਿਰਦੈ ਨਿਸੰਗ। ਤੇ ਜਿਹੜਾ ਸਪੁੱਤਰ ਹੁੰਦਾ ਹੈ ਨਾ, ਉਹ ਆਪਣੇ ਪਿਤਾ ਦੇ ਬਚਨ ਕਿਵੇਂ ਨਹੀਂ ਮੰਨਦਾ। ਭਾਵ ਕਿ ਸਪੁੱਤਰ ਪਹਿਲਾਂ ਆਪਣੇ ਪਿਤਾ ਦੇ ਹੀ ਬਚਨ ਮੰਨਿਆ ਕਰਦਾ, ਬਾਕੀ ਹਾਨੀ ਤੇ ਲਾਭ ਦੀ ਗੱਲ ਉਹ ਬਾਅਦ ਵਿੱਚ ਵਿਚਾਰਦਾ। ਉਹ ਪਹਿਲਾਂ ਆਪਣੇ ਪਿਤਾ ਨੂੰ ਵੱਡਾ ਜਾਣ ਕੇ ਉਹਦੇ ਬਚਨਾਂ ਨੂੰ ਵੱਡਾ ਕਰਦਾ ਹੈ। ਤੇ ਜੇ ਅਸੀਂ ਵੀ ਸਪੁੱਤਰ ਹਾਂ ਤੇ ਅਸੀਂ ਵੀ ਆਪਣੇ ਪਿਤਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਚਨਾਂ ਨੂੰ ਮੰਨੀਏ। ਤੇ ਬਾਬਾ ਜੀ ਤੁਸੀਂ ਆਪਣੇ ਹਿਰਦੇ ਵਿੱਚ ਨਾ ਚੰਗੀ ਤਰ੍ਹਾਂ ਵਿਚਾਰ ਕਰੋ। ਉਠ ਅਬ ਚਲੇ ਸਾਥ ਮੈਂ ਤੁਮਰੇ, ਤਿਨ ਕੇ ਪਗ ਪਰ ਨਮਹਿ ਕਰੇ ਹੋ। ਤੁਸੀਂ ਮੇਰੇ ਨਾਲ ਚੱਲੋ, ਮੈਂ ਵੀ ਤੁਹਾਡੇ ਨਾਲ ਚੱਲਦਾ, ਜਾ ਕੇ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕਰਨਾ ਕਰੋ। ਨਾਹੀਂ ਦੇ ਜਗ ਸਭ ਹਾਸੀ ਕਰ ਹੈ, ਅਬ ਜਸ ਸਿੱਖ ਸੰਗਤ ਤੇ ਲੈ ਹੋ। ਜੇ ਤੁਸੀਂ ਮੇਰੇ ਬਚਨ ਨਾ ਮੰਨੇ ਤੇ ਸਾਰਾ ਸੰਸਾਰ ਤੁਹਾਡੀ ਨਿੰਦਿਆ ਕਰੇਗਾ, ਲੋਕ ਤੁਹਾਡੇ ਤੇ ਹੱਸਿਆ ਕਰਨਗੇ ਤੇ ਜਿੰਨੀਆਂ ਵੀ ਗੁਰਸਿੱਖ ਸੰਗਤਾਂ ਨੇ ਉਹ ਵੀ ਤੁਹਾਡੀ ਨਿੰਦਿਆ ਕਰਨਗੀਆਂ। ਜਿਸ ਇਤ ਅਗ ਠਾਨੈ ਤਨੇ ਤਰਾਸਤ, ਸੋਦਨ ਕਿਸ ਕੇ ਸੰਗ ਨ ਕੇਹੋ। ਭਰਾ ਜੀ ਜਿਸ ਧਨ ਦੀ ਖਾਤਰ ਤੁਸੀਂ ਏਡਾ ਵੱਡਾ ਪਾਪ ਕਰ ਰਹੇ ਹੋ ਨਾ, ਜਿਸ ਧਨ ਦੀ ਖਾਤਰ, ਮਾਇਆ ਦੀ ਖਾਤਰ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਨੂੰ ਮਾਰਨਾ ਚਾਹਿਆ, ਜਿਸ ਧਨ ਦੀ ਖਾਤਰ ਦਿੱਲੀ ਪੁਕਾਰ ਕਰਨ ਵਾਸਤੇ ਜਾ ਰਹੇ ਹੋ, ਇਹ ਜਿਹੜੀ ਮਾਇਆ, ਇਹ ਧਨ ਅੱਜ ਤਾਈਂ ਕਿਸੇ ਦਾ ਨਹੀਂ ਹੋਇਆ। ਇਹ ਮਾਇਆ ਜਿਹੜੀ ਅੱਜ ਤੱਕ ਕਿਸੇ ਦੀ ਨਹੀਂ ਬਣੀ ਤੇ ਤੁਹਾਡੀ ਵੀ ਨਹੀਂ ਬਣਨੀ। ਸੁਤ ਬਿਨਤਾ ਹਿਤ ਕਰ ਉਤਪਾਤਨ, ਅੰਤ ਸਮੈ ਨਹਿ ਸਾਥੀ ਇਹੋ। ਇਨਸਾਨ ਆਪਣੇ ਪੁੱਤਰ, ਆਪਣੀ ਘਰਵਾਲੀ, ਆਪਣੇ ਪਰਿਵਾਰ ਦੇ ਲਈ ਪਾਪ ਕਰਦਾ ਵੀ ਮੈਂ ਬਹੁਤ ਸਾਰਾ ਧਨ ਇਕੱਠਾ ਕਰਕੇ ਪਰਿਵਾਰ ਤੇ ਲੁਟਾ ਦਿਆਂ, ਪਰ ਜਦੋਂ ਅੰਤ ਕਾਲ ਆਉਂਦਾ ਇਹਨਾਂ ਦੇ ਵਿੱਚੋਂ ਕੋਈ ਕਿਸੇ ਦਾ ਸੰਗੀ ਸਾਥੀ ਨਹੀਂ ਬਣਦਾ। ਇਨ ਸਨੇਹ ਕੋ ਮਿਥਿਆ ਜਾਨੋ, ਮੇਰੋ ਕਹਿਓ ਬਚਨ ਲਿਹੁ ਮਾਨੋ। ਬਾਬਾ ਮਹਾਦੇਵ ਜੀ ਕਹਿੰਦੇ ਇਹ ਪਰਿਵਾਰ ਦਾ ਜਿਹੜਾ ਸਨੇਹ ਪ੍ਰੇਮ ਹੈ ਨਾ, ਇਹਨੂੰ ਮਿਥਿਆ ਕਰਕੇ ਜਾਣੋ ਵੀ ਇਹ ਝੂਠਾ ਹੈ ਤੇ ਮੇਰੇ ਬਚਨ ਤੁਸੀਂ ਸੱਤ ਕਰਕੇ ਮੰਨ ਲਵੋ। ਮਿਲੋ ਪ੍ਰੇਮ ਕਰ ਤਜੋ ਵਿਰੋਧਾ, ਆਗੇ ਥਿਤ ਹੋਏ ਜਰੋ ਪਾਨ। ਇਸ ਵਾਸਤੇ ਤੁਸੀਂ ਆਪਣੇ ਅੰਦਰ ਦਾ ਵਿਰੋਧ ਛੱਡ ਕੇ ਗੁਰੂ ਅਰਜਨ ਦੇਵ ਜੀ ਨੂੰ ਪ੍ਰੇਮ ਕਰਕੇ ਮਿਲੋ ਤੇ ਉਹਨਾਂ ਦੇ ਸਾਹਮਣੇ ਦੋਨੇ ਹੱਥ ਜੋੜ ਕੇ ਖਲੋ ਜਾਵੋ। ਕਰੇ ਕਪਟ ਅਗਸੋ ਬਖਸ਼ਾਵੋ, ਜਿਸ ਤੇ ਹੋਏ ਨ ਤਰਾਸ ਨਿਦਾਨ। ਹੁਣ ਤਾਈਂ ਜੋ ਤੁਸੀਂ ਕਪਟ ਛਲ ਕੀਤਾ ਹੈ ਨਾ, ਉਹ ਬਖਸ਼ਾ ਲਓ ਆਪਣਾ। ਇਹਦੇ ਨਾਲ ਅੰਤ ਕਾਲ ਤੁਹਾਨੂੰ ਕਿਸੇ ਪ੍ਰਕਾਰ ਦਾ ਦੁੱਖ ਨਹੀਂ ਲੱਗੇਗਾ। ਤਿਨ ਮੈਂ ਪਰਮ ਜੋਤ ਪ੍ਰਕਾਸ਼ਤ, ਗੁਰੂ ਨਾਨਕ ਤੇ ਤੋ ਆਦ ਜੋ ਜਾਨ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦੀ ਪਰਮ ਜੋਤ ਪ੍ਰਕਾਸ਼ਦੀ ਹੈ। ਗੁਰੂ ਨਾਨਕ ਸਾਹਿਬ ਜੀ ਦੀ ਜੋਤ ਉਹਨਾਂ ਦੇ ਅੰਦਰ ਪ੍ਰਕਾਸ਼ਦੀ ਹੈ। ਚਾਰ ਜਾਮੇ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹੀ ਤਾਈਂ ਇਹ ਸਾਰੇ ਜਾਮੇ ਗੁਰੂ ਅਰਜਨ ਦੇਵ ਜੀ ਅੰਦਰ ਪ੍ਰਕਾਸ਼ਦੇ ਨੇ। ਇਸ ਵਾਸਤੇ ਭਰਾ ਜੀ
ਬਾਬਾ ਜੀ ਝਗੜਾ ਕਰਨਾ ਠੀਕ ਨਹੀਂ ਗੁਰੂ ਅਰਜਨ ਦੇਵ ਮਹਾਰਾਜ ਜੀ ਨਾਲ। ਤੁਸੀਂ ਬੜੇ ਸਿਆਣੇ ਸਮਝਦਾਰ ਹੋ, ਸੂਝ-ਬੂਝ ਵਾਲੇ ਹੋ, ਉਮਰ 'ਚ ਵੱਡੇ ਹੋ, ਬਲ ਬੁੱਧੀ 'ਚ ਵੱਡੇ ਹੋ, ਤੇ ਜਾ ਕੇ ਆਪਣੀ ਖਤਾ ਬਖਸ਼ਾ ਲਓ। ਗੁਰੂ ਅਰਜਨ ਦੇਵ ਜੀ ਮਹਾਰਾਜ ਬੜੇ ਦਿਆਲੂ ਕਿਰਪਾਲੂ ਨੇ, ਤੁਹਾਡੇ ਤੇ ਵੀ ਰਹਿਮਤ ਕਰ ਦੇਣਗੇ, ਤੁਹਾਨੂੰ ਵੀ ਬਖਸ਼ਿਸ਼ਾਂ ਦੇ ਦੇਣਗੇ। ਪਰ ਬਾਬਾ ਪ੍ਰਿਥੀ ਚੰਦ ਜੀ ਇਸ ਗੱਲ ਨੂੰ ਮੰਨਣ ਵਾਸਤੇ ਤਿਆਰ ਨਹੀਂ ਸਨ। ਤੇ ਜਿਸ ਤਰ੍ਹਾਂ ਬਾਬੇ ਪ੍ਰਿਥੀ ਚੰਦ ਨੇ ਬਾਬਾ ਮਹਾਂਦੇਵ ਜੀ ਨਾਲ ਵੀ ਝਗੜਾ ਕੀਤਾ, ਇਹ ਕਥਾ ਆਪਾਂ ਕੱਲ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਗੁਰ ਇਤਿਹਾਸ ਦੀ ਕਥਾ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਣੀ ਜੀ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ, ਪ੍ਰਾਣਨਾਥ, ਅਨਾਥ ਸਖੇ, ਦੀਨ ਦਰਦ ਨਿਵਾਰ, ਹੇ ਸਮਰੱਥ ਅਗੰਮ ਪੂਰਨ, ਮੋਹਿ ਮਾਇਆ ਧਾਰ, ਅੰਧਕੂਪ ਮਹਾ ਭਿਆਨ, ਨਾਨਕ ਪਾਰ ਉਤਾਰ, ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਇਆਲ, ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ, ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।